ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਅੱਜ ਜਿਵੇਂ ਕਿ ਸਮੁੱਚੀ ਦੁਨੀਆ ਦੇ ਵਿੱਚ ਵਸਦਾ ਸਿੱਖ ਭਾਈਚਾਰਾ ਸ਼ਰਧਾ ਸਤਿਕਾਰ ਦੇ ਨਾਲ ਖਾਲਸਾ ਸਿਰਜਣਾ ਦਿਹਾੜਾ ਜਿਹੜਾ ਆ ਉਹ ਮਨਾ ਰਿਹਾ ਆ, ਤੇ ਇਸੇ ਦਿਨ ਦੇ ਸਬੰਧ ਦੇ ਵਿੱਚ ਅਸੀਂ ਸਮੁੱਚੀ ਗੱਲਬਾਤ ਜਿਹੜੀ ਆ ਉਹ ਕਰਾਂਗੇ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਹੋਰਾਂ ਦੇ ਨਾਲ, ਤੇ ਉਹਨਾਂ ਤੋਂ ਜਾਣਾਂਗੇ ਸਮੁੱਚਾ ਇਤਿਹਾਸ ਕਿ ਖਾਲਸਾ ਪੰਥ ਦੀ ਸਿਰਜਣਾ ਜਿਹੜੀ ਆ ਉਹ ਕਦੋਂ ਹੋਈ, ਇਸ ਦੀ ਲੋੜ ਜਿਹੜੀ ਆ ਉਹ ਕਿਉਂ ਪਈ, ਤੇ ਖਾਲਸਾ ਸ਼ਬਦ ਦਾ ਜਿਹੜਾ ਆ ਉਹ ਅਰਥ ਕੀ ਆ। ਸੋ ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੈਸ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪ੍ਰੈਸ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ ਖਾਲਸਾ ਸਾਜਨਾ ਦਿਹਾੜੇ ਦੀਆਂ ਤੇ ਵਧਾਈਆਂ ਆਪ ਜੀ ਦੇ ਚੈਨਲ ਨੂੰ, ਆਪ ਜੀ ਦੇ ਸਾਰੇ ਦਰਸ਼ਕਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਬਹੁਤ ਬਹੁਤ ਹਾਰਦਿਕ ਵਧਾਈਆਂ। ਸੋ ਬਿਲਕੁਲ ਸਾਰੀਆਂ ਸੰਗਤਾਂ ਨੂੰ ਵੀ ਖਾਲਸਾ ਸਾਜਨਾ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਸੋ ਪ੍ਰੈਸ ਸਾਹਿਬ ਸਭ ਤੋਂ ਪਹਿਲਾਂ ਗੱਲ ਕਰੀਏ ਖਾਲਸਾ ਸਾਜਨਾ ਦਿਵਸ ਦੇ ਉੱਤੇ, ਇਸ ਦਿਨ ਦੀ ਸਿੱਖ ਧਰਮ ਦੇ ਵਿੱਚ ਕੀ ਮਹਾਨਤਾ ਆ, ਕੀ ਮਹੱਤਤਾ ਆ? ਵੇਖੋ, ਅਸੀਂ ਇੰਨੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਜੀ ਕਿ ਜੇ ਵਾਕਈ ਕੌਮਾਂ ਦਾ ਇਤਿਹਾਸ ਵੇਖੀਏ ਜੀ ਤੇ ਉਹਦੇ ਨਾਲ ਆਪਣੇ ਇਤਿਹਾਸ ਦੀ ਤੁਲਨਾ ਕਰੀਏ ਜੀ ਤਾਂ ਇੱਦਾਂ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਜੀ ਕਿਸੇ ਵੀ ਧਰਮ ਦੀ ਸਥਾਪਨਾ ਦੀ ਕੋਈ ਵਿਧੀ ਵਿਧਾਨ ਸ਼ਾਇਦ ਨਾ ਬਣਿਆ ਹੋਵੇ, ਜੀ ਜੀ ਕਿਸੇ ਵੀ। ਜੀ ਹੋਰ ਉਹਦੇ ਉਦੇਸ਼, ਜੀ ਉਹਦੀ ਮਹਾਨਤਾ ਜੀ ਜੀ ਸ਼ਾਇਦ ਨਾ ਕਿਧਰੇ ਅੰਕਿਤ ਕੀਤੀ ਹੋਏ। ਜੀ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਐਸਾ ਨਿਰਮਲ ਪੰਥ ਹੈ ਜੀ ਜਿਸ ਨਿਰਮਲ ਪੰਥ ਦੇ ਵਿੱਚ ਜੀ ਇਸ ਨੂੰ ਸਾਜਣ ਦੀ, ਇਹਦੇ ਉਦੇਸ਼ਾਂ ਦੀ ਜੀ ਪੂਰੀ ਵਿਉਂਤਬੰਦੀ ਨਜ਼ਰ ਆਉਂਦੀ ਹੈ। ਬਿਲਕੁਲ ਹੋਰ ਇਹ ਇੱਦਾਂ ਲੱਗਦਾ ਹੈ ਜੀ ਕਿ ਇਹ ਅਕਾਲ ਪੁਰਖ ਦੇ ਘਰ ਤੋਂ ਜੀ ਇਹ ਪ੍ਰੋਗਰਾਮ ਨਿਸ਼ਚਿਤ ਹੋ ਕੇ ਆਇਆ, ਜੀ ਜੋ ਕਿ 1469 ਤੋਂ ਸ਼ੁਰੂ ਹੋਇਆ ਜੀ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ, ਜੀ ਜੀ ਤੇ ਖਾਲਸਾ ਪੰਥ ਦੀ ਸਾਜਨਾ ਤੱਕ, ਜੀ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਤੱਕ ਜੀ ਇਹ ਡਿਵਾਈਨ ਆਰਡਰ, ਜੀ ਅਕਾਲ ਪੁਰਖ ਦਾ ਇੱਕ ਵਿਧਾਨ, ਜੀ ਉਹਦਾ ਬਣਾਇਆ ਪ੍ਰੋਗਰਾਮ, ਹਾਂਜੀ ਇਹ ਸਾਰਾ ਕੁਝ ਜਿਹੜਾ ਸੀਗਾ ਇਹ ਪ੍ਰੀ ਡਿਟਰਮਿਨਡ ਸੀਗਾ, ਜੀ ਇਹ ਨਿਸ਼ਚਿਤ ਸੀਗਾ। ਜੀ ਹੋਰ ਇਹ ਜਿਹੜਾ ਸੀਗਾ ਇਹ ਸਮੁੱਚੀ ਲੋਕਾਈ ਦੇ ਭਲੇ ਵਾਸਤੇ ਸੀਗਾ। ਜੀ ਸੋ ਖਾਲਸਾ ਸਾਜਨਾ ਦਿਵਸ ਦੀ ਮਹਾਨਤਾ ਜਿਹੜੀ ਹੈ, ਜੀ ਇਹ ਮਹਾਨਤਾ ਕੇਵਲ ਤੇ ਕੇਵਲ ਇਸ ਲੋਕਾਈ ਤੱਕ ਸੀਮਿਤ ਨਹੀਂ ਹੈ, ਜੀ ਇਹ ਖੰਡਾਂ ਬ੍ਰਹਮੰਡਾਂ 'ਚ ਇਹਦੀ ਮਹਾਨਤਾ ਹੈ। ਜੀ ਠੀਕ ਹੈ? ਬਿਲਕੁਲ ਇਹ ਇਸ ਕਰਕੇ ਇਹਦੀ ਮਹਾਨਤਾ ਬੜੀ ਵਿਲੱਖਣ ਹੈ, ਜੀ ਬ੍ਰਹਮੰਡੀ ਮਹਾਨਤਾ ਹੈ ਇਹਦੀ, ਜੀ ਜਿਹਦੀ ਕਿ ਮਹਾਨਤਾ ਬਾਰੇ ਮੈਂ ਸੋਚਦਾ ਕਿ ਸ਼ਾਇਦ ਦੁਨੀਆ ਦੇ ਲਿਖਾਰੀਆਂ ਦੀ ਜੀ ਜਿਹੜੀ ਲਿਖਤ ਹੈ ਜੀ ਜੀ ਉਹ ਵੀ ਕਦੀ ਪੂਰੀ ਨਹੀਂ ਹੋ ਸਕੇਗੀ ਜੀ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੇ ਨਿਰਮਲ ਪੰਥ ਦੀ ਗੱਲ ਜਿਹੜੀ ਹੈ ਉਹ ਜੀ। ਪੂਰੀ ਅੰਕਿਤ ਕਰ ਸਕਣ। ਜੀ ਪ੍ਰੈਸ ਸਾਹਿਬ, ਖਾਲਸਾ ਸਿਰਜਣਾ ਦਿਹਾੜਾ ਜਿਹੜਾ ਆ ਉਹ ਸਿਰਜਣਾ ਖਾਲਸਾ ਪੰਥ ਦੀ ਜਿਹੜੀ ਉਹ ਕਦੋਂ ਹੁੰਦੀ ਆ, ਤੇ ਖਾਸ ਤੌਰ ਦੇ ਉੱਤੇ ਵਿਸਾਖੀ ਵਾਲਾ ਦਿਨ ਜਿਹੜਾ ਆ ਉਹੀ ਕਿਉਂ ਜਿਹੜਾ ਆ ਚੁਣਿਆ ਗਿਆ ਸੀਗਾ ਗੁਰੂ ਸਾਹਿਬ ਵੱਲੋਂ? ਵੇਖੋ, ਪੁਰਾਤਨ ਸਮੇਂ ਤੋਂ ਨਾ ਜੀ ਕੁਝ ਦਿਹਾੜੇ ਇਸ ਪ੍ਰਕਾਰ ਦੇ ਹੁੰਦੇ ਸੀਗੇ ਜੀ ਜਿੱਥੇ ਕਿ ਲੋਕ ਇਕੱਠੇ ਹੁੰਦੇ ਸੀਗੇ, ਵੱਡੀ ਗਿਣਤੀ ਸੰਗਤਾਂ ਵੱਡੀ ਹੁੰਦੀਆਂ ਸੀ। ਗਿਣਤੀ ਵਿੱਚ ਜਿਹੜੀ ਸੀ ਸੰਗਤਾਂ, ਜੀ। ਲੋਕ ਇਕੱਠੇ ਹੁੰਦੇ ਸੀਗੇ। ਜੀ ਹੋਰ ਉਹ ਇਕੱਠੇ ਹੋਣ ਦਾ ਮਕਸਦ ਇਹ ਹੁੰਦਾ ਸੀਗਾ ਜੀ ਕਿ ਬਈ ਦੂਰ ਦਰਾਂਡਿਓਂ ਆਮ ਤੌਰ ਦੇ ਉੱਤੇ ਕੋਈ ਸਾਧਨ ਨਹੀਂ ਹੁੰਦੇ ਸੀਗੇ ਜੀ, ਜੀ, ਕਮਿਊਨੀਕੇਸ਼ਨ ਦੇ, ਜੀ ਯਾਤਾਯਾਤ ਦੇ ਸਾਧਨ ਨਹੀਂ ਹੁੰਦੇ ਸੀਗੇ, ਜੀ ਤਾਂ ਉਹ ਇੱਕ ਨਿਰਧਾਰਿਤ ਜਿਹੜੇ ਦਿਨ ਸੀਗੇ, ਜੀ ਜੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸੀਗਾ ਸਾਰੇ ਦੇਸ਼ ਤੋਂ ਲੋਕ ਇਕੱਠੇ ਹੋ ਕਰਕੇ ਉਸ ਪਾਰਟਿਕੂਲਰ ਡੇ ਵਾਲੇ ਦਿਨ ਜੀ ਉਹ ਆ ਜਾਂਦੇ ਸੀਗੇ। ਗੁਰਦੁਆਰਾ ਸੋ ਸਾਹਿਬ। ਵਿਸਾਖੀ ਜਿਹੜੀ ਸੀਗੀ ਜੀ ਇੱਕ ਤਿਉਹਾਰ ਦੇ ਰੂਪ ਵਿੱਚ ਸੀਗੀ, ਜੀ ਠੀਕ ਹੈ। ਹੋਰ ਇਹਦਾ ਸੰਬੰਧ ਜਿਹੜਾ ਸੀਗਾ ਉਹ ਸੀਜ਼ਨ ਦੇ ਨਾਲ ਸੀਗਾ, ਰੁੱਤ ਦੇ ਨਾਲ ਸੀਗਾ। ਜੀ ਹਾਂਜੀ ਜੀ। ਇਹਦੇ ਵਿੱਚ ਕੋਈ ਧਾਰਮਿਕ ਗੱਲ ਨਹੀਂ ਜੁੜੀ ਸੀਗੀ। ਜੀ ਤੇ ਗੁਰੂ ਸਾਹਿਬ ਨੇ ਜਿਹੜਾ ਇਹ ਦਿਨ ਚੁਣਿਆ ਜੀ ਖਾਲਸੇ ਦੀ ਸਾਜਨਾ ਵਾਸਤੇ, ਜੀ। ਉਹ ਇਸੇ ਕਰਕੇ ਚੁਣਿਆ ਸੱਚੇ ਪਾਤਸ਼ਾਹ ਨੇ, ਜੋ ਮੈਂ ਸੋਚਦਾ ਜੀ ਕਿ ਵਿਸਾਖੀ ਦੇ ਦਿਹਾੜੇ ਤੇ
ਲੋਕ ਇਕੱਠੇ ਹੁੰਦੇ ਨੇ। ਹਾਂਜੀ। ਇਹ ਪਹਿਲਾਂ ਵੀ ਇਕੱਠੇ ਹੁੰਦੇ ਸੀਗੇ ਜੀ। ਤੇ ਉਸ ਵਿਸਾਖੀ ਨੂੰ ਦਿਹਾੜੇ ਨੂੰ ਸੱਚੇ ਪਾਤਸ਼ਾਹ ਨੇ ਖਾਲਸਾ ਸਾਜਨਾ ਦਿਵਸ ਦੇ ਰੂਪ ਦੇ ਵਿੱਚ ਜੀ। ਉਹਨੂੰ ਕਨਵਰਟ ਕੀਤਾ। ਜੀ ਔਰ ਇਹ ਜੀ ਇਤਿਹਾਸ ਦੇ ਮੁਤਾਬਕ ਜੀ ਇਹ ਤਾਰੀਖ ਸੀਗੀ 30 ਮਾਰਚ ਜੀ 1699, ਜੀ 30 ਮਾਰਚ ਜੀ। 1699, ਜਿਹੜਾ ਉਸ ਹਿਸਾਬ ਜਿਸ ਨਾਲ ਦਿਨ ਵਿਸਾਖੀ ਉਹ ਵਾਲਾ ਸੱਚੇ ਦਿਨ ਬਣਿਆ ਪਾਤਸ਼ਾਹ ਸੀ। ਨੇ ਇਹ ਸਾਰਾ ਇਕੱਠ ਸੱਦਿਆ ਸੀਗਾ। ਜੀ। ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ, ਜੀ। ਜਿੱਥੇ ਕਿ ਕੇਸਗੜ੍ਹ ਸਾਹਿਬ, ਜਿੱਥੇ ਕਿ ਅੱਜ ਸਾਡਾ ਤਖਤ ਹੈ, ਹਾਂਜੀ। ਉਸ ਥਾਂ ਤੇ ਸਾਰਾ ਇਕੱਠ ਜਿਹੜਾ ਸੀਗਾ ਉਹ ਸੱਦਿਆ ਸੀਗਾ। ਉਹ ਬੜੀ ਲੱਭੜੀ ਇਹ ਪਲੈਨਿੰਗ ਕੀਤੀ ਗਈ ਸੀਗੀ। ਜੀ। ਮੈਂ ਜਿਵੇਂ ਗੱਲ ਕੀਤੀ ਹੈ, ਜੀ। ਇਹ ਡਿਵਾਈਨ ਆਰਡਰ ਸੀ, ਸਾਰਾ ਸਿਸਟਮ ਸੀਗਾ ਇੱਕ, ਜੀ, ਜੀ। ਜਿਹਦੇ ਅਧੀਨ ਇਹ ਸਾਰਾ ਕੁਝ ਹੋਇਆ। ਜੀ ਜੀ ਪ੍ਰੋਫੈਸਰ ਸਾਹਿਬ, ਫਿਰ ਜਦੋਂ ਖਾਲਸਾ ਦੀ ਸਿਰਜਣਾ ਹੁੰਦੀ ਆ ਤਾਂ ਕੀ ਵਰਤਾਰਾ ਜਿਹੜਾ ਆ ਉਹ ਵਰਤਦਾ, ਜਿਹੜਾ ਗੁਰੂ ਸਾਹਿਬ ਦੇ ਵੱਲੋਂ ਉੱਤੇ ਵੱਡੀ ਗਿਣਤੀ ਸੰਗਤਾਂ ਜਿਹੜੀਆਂ ਆ ਉਹ ਪਹੁੰਚਦੀਆਂ ਨੇ, ਉਹਨਾਂ ਨੂੰ ਕਿਵੇਂ ਸੰਬੋਧਨ ਹੁੰਦੇ ਆ ਗੁਰੂ ਸਾਹਿਬ, ਤੇ ਫਿਰ ਕਿਵੇਂ ਇਹ ਪੂਰਾ ਕੌਤਕ ਜਿਹੜਾ ਹੁੰਦਾ? ਦੇਖੋ ਜੀ, ਜਿਵੇਂ ਮੈਂ ਗੱਲ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਨਿਰਮਲ ਪੰਥ ਦੀ ਸਥਾਪਨਾ ਕੀਤੀ। ਜੀ। ਹੋਰ ਉਸ ਨਿਰਮਲ ਪੰਥ ਦੇ ਵਿੱਚ ਮੈਂਬਰਸ਼ਿਪ ਉਸ ਨੂੰ ਮਿਲਦੀ ਹੈ। ਜੀ ਉਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਅੰਕਿਤ ਕਰਤਾ, ਜੀ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਦਰ ਤਲੀ ਗਲੀ ਮੇਰੀ ਆਓ, ਜੀ ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਜੀ ਇਹ ਸਾਡੀ ਮੈਂਬਰਸ਼ਿਪ ਦੀ ਕੰਡੀਸ਼ਨ ਹੈ, ਜੀ ਕੌਣ ਮੈਂਬਰ ਬਣ ਸਕਦਾ ਹੈ। ਜੀ ਹੋਰ ਪਹਿਲੇ ਜਾਮੇ ਦੇ ਵਿੱਚ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਥਿਉਰੀ ਬਿਲਕੁਲ ਸਮਝਾਤੀ ਸੀ। ਸਮਝਾਤੀ ਸੀਗੀ। ਅੱਜ ਵੀ ਦੇਖੋ ਸਕੂਲਾਂ ਕਾਲਜਾਂ ਦੇ ਵਿੱਚ, ਹਾਂਜੀ। ਯੂਨੀਵਰਸਿਟੀਆਂ 'ਚ ਪਹਿਲਾਂ ਥਿਉਰੀ ਸਮਝਾਉਂਦੇ ਨੇ, ਹਾਂਜੀ। ਫਿਰ ਬਾਅਦ 'ਚ ਪ੍ਰੈਕਟੀਕਲ ਹੁੰਦਾ। ਜੀ 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 ਤੋ ਗੁਰੂ ਨਾਨਕ ਪਾਤਸ਼ਾਹ ਨੇ ਜੀ। ਇਹ ਪਹਿਲੇ ਜਾਮੇ ਦੇ ਵਿੱਚ ਇਹ ਗੁਰਮਤ ਦਾ ਸਿਧਾਂਤ ਦ੍ਰਿੜ ਜੀ। ਕਰਾਤਾ ਸੀਗਾ। ਜੀ ਹੋਰ ਉਸ ਸਿਧਾਂਤ ਦੇ ਚਲਦਿਆਂ ਪੰਚਮ ਪਾਤਸ਼ਾਹ, ਪੰਜਵੇਂ ਨਾਨਕ ਸਾਹਿਬ ਨੇ ਜੀ। ਸ਼ਹੀਦੀ ਦਿੱਤੀ। ਜੀ ਛੇਵੇਂ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਜੀ ਨੌਵੇਂ ਪਾਤਸ਼ਾਹ ਨੇ ਫਿਰ ਸ਼ਹਾਦਤ ਦਿੱਤੀ। ਜੀ ਠੀਕ ਹੈ, ਜੀ ਇਹ ਸਾਰਾ ਸਿਲਸਿਲਾ ਚੱਲਦਾ ਰਿਹਾ। ਜੀ ਗੁਰੂ ਨਾਨਕ ਪਾਤਸ਼ਾਹ ਵੀ ਖਾਲਸਾ ਪੰਥ ਦੀ ਸਿਰਜਣਾ ਕਰ ਸਕਦੇ ਸੀ ਪਹਿਲੇ ਜਾਮੇ 'ਚ ਹੀ। ਜੀ ਸਮਰੱਥ ਸੀਗੇ, ਜੀ 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 ਬਿਲਕੁਲ ਉਹਨਾਂ ਕੋਲ ਸਾਰੀਆਂ ਸ਼ਕਤੀਆਂ ਸੀਗੀਆਂ। ਜੀ। ਅਕਾਲ ਪੁਰਖ ਦਾ ਆਪ ਰੂਪ ਸੀਗੇ। ਜੀ। ਆਪ ਨਾਰਾਇਣ ਕਰਾਧਾਰ ਜਗਮੇ ਪਰਵਰਿਓ, ਜੀ ਉਹ ਕਰ ਸਕਦੇ ਸੀਗੇ। ਜੀ ਲੇਕਿਨ 1469 ਤੋਂ ਲੈ ਕਰਕੇ 1699 ਤੱਕ ਜੀ ਜੇ ਆਪਾਂ ਵੇਖੀਏ 230 ਸਾਲ ਬਣਦੇ ਨੇ। ਬਿਲਕੁਲ 230 ਸਾਲ ਦੇ ਇੱਕ ਅਧਿਆਤਮਿਕ ਸਫ਼ਰ ਦੇ ਦੌਰਾਨ ਜੀ ਉਹਨਾਂ ਨੇ, ਸੱਚੇ ਪਾਤਸ਼ਾਹ ਨੇ ਜੀ ਆਕਰ ਕੇ 1699 ਵਿੱਚ ਆਕਰ ਕੇ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ। ਜੀ ਹੋਰ ਉਹ ਖਾਲਸਾ ਪੰਥ ਦੀ ਸਾਜਨਾ ਜਦ ਕੀਤੀ ਜਾਂਦੀ ਹੈ ਜੀ ਤਾਂ ਉਸ ਵੇਲੇ ਇੱਕ ਮੁਕੰਮਲ, ਜੀ ਇੱਕ ਪਰਫੈਕਟ, ਜਿਹਦੇ ਵਿੱਚ ਕਹਿ ਲਓ ਕਿ ਸਾਰੇ ਗੁਣ ਨੇ। ਜੀ ਖਾਲਸਾ ਸ਼ਬਦ ਜਿਹੜਾ ਹੈ ਨਾ, ਬਿਲਕੁਲ। ਅਗਰ ਅਸੀਂ ਅਰਬੀ ਭਾਸ਼ਾ ਦੇ ਮੁਤਾਬਕ ਵੇਖੀਏ ਹਾਂਜੀ ਤਾਂ ਇਹਦਾ ਮਤਲਬ ਹੈ ਸ਼ੁੱਧ, ਜੀ ਪਿਓਰ, ਜੀ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੋ ਸਕਦੀ। ਜੀ ਜੀ ਤੇ ਜੇ ਫਾਰਸੀ ਸ਼ਬਦ ਨੂੰ ਫਾਰਸੀ ਦੇ ਮੁਤਾਬਕ ਦੇਖੀਏ ਜੀ ਤੇ ਖਾਲਸੇ ਦਾ ਮਤਲਬ ਹੈ ਕਿ ਉਹ ਇਲਾਕਾ ਜਾਂ ਉਹ ਜ਼ਮੀਨ ਜੀ ਜੋ ਕਿ ਬਾਦਸ਼ਾਹ ਨੂੰ ਬਿਲੋਂਗ ਕਰਦੀ ਹੈ, ਜੀ ਕਿਸੇ ਵਿਅਕਤੀ ਨੂੰ ਨਹੀਂ, ਜ਼ਮੀਂਦਾਰ ਨੂੰ ਨਹੀਂ। ਜੀ 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 ਉਹ ਜ਼ਮੀਨ ਜਾਂ ਉਹ ਇਲਾਕਾ ਜੋ ਜੀ। ਕਿ ਕੇਵਲ ਬਾਦਸ਼ਾਹ ਨੂੰ ਬਿਲੋਂਗ ਕਰਦਾ ਹੈ। ਜੀ ਤਾਂ ਆਪਾਂ ਇਸ ਤੋਂ ਅੰਦਾਜ਼ਾ ਲਾ ਲਈਏ ਜੀ ਕਿ ਖਾਲਸਾ ਜਿਹੜਾ ਹੈ ਨਾ, ਜੀ ਜੀ ਅਕਾਲ ਪੁਰਖ ਦੀ ਫੌਜ ਹੈ। ਜੀ 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 ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜੀ ਇਹ ਪਰਮਾਤਮਾ ਦੀ ਮੌਜ ਮੌਜ ਦੇ ਚੋਂ, ਨਾਲ। ਡਿਵਾਈਨ ਆਰਡਰ ਜੀ। ਚੋਂ, ਡਿਵਾਈਨ ਸਿਸਟਮ ਤੋਂ, ਡਿਵਾਈਨ ਦੀ ਵਿਲ ਤੋਂ, ਜੀ ਉਸ ਅਕਾਲ ਪੁਰਖ ਦੀ ਵਿਲ ਤੋਂ ਜੀ ਜੀ ਇਹ ਪੈਦਾ ਹੋਇਆ ਹੈ। ਜੀ ਹੋਰ ਇਹ ਜਿਹੜਾ ਖਾਲਸਾ ਹੈ ਨਾ, ਜੀ ਜਿਵੇਂ ਮੈਂ ਜ਼ਿਕਰ ਕੀਤਾ ਤੁਹਾਨੂੰ, ਹਾਂਜੀ ਇਹ ਆਪਣੇ ਆਪ ਵਿੱਚ ਪੂਰਨ ਹੈ। ਬਿਲਕੁਲ ਇਹਦੇ ਵਿੱਚ ਉਹ ਗੁਣ ਨੇ, ਹਾਂਜੀ ਜਿਵੇਂ ਕਿ ਆਪਾਂ ਕਹਿ ਲਈਏ ਖਾਲਸਾ ਇੱਕ ਖੁਦ ਮੁਖਤਿਆਰ ਹੈ। ਖੁਦ ਜੀ। ਮੁਖਤਿਆਰ ਮੀਨਸ ਸੋਵਰਨ, ਜੀ ਆਜ਼ਾਦ ਹੈ। ਬਿਲਕੁਲ ਇਹ ਕੇਵਲ ਤੇ ਕੇਵਲ ਅਕਾਲ ਪੁਰਖ ਦੇ ਜੋ ਸੰਵਿਧਾਨ ਹੈ ਜੀ ਉਸ ਨੂੰ ਜਵਾਬਦੇਹ ਹੈ। ਜੀ 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 ਇਹ ਦੁਨਿਆਵੀ ਬੰਧਨਾਂ ਤੋਂ ਮੁਕਤ ਮੁਕਤ ਹੈ ਹੈ ਬਿਲਕੁਲ ਖਾਲਸਾ। ਜੀ ਹਾਂਜੀ, ਹੋਰ ਜੇ ਮੈਂ ਕਹਾਂ ਜੀ ਕਿ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਹਾਂਜੀ ਇੱਕ ਇਨਕਲਾਬੀ ਕੌਤਕ ਕੀਤਾ, ਜੀ ਇਨਕਲਾਬੀ ਖੇਡ ਖੇਡੀ, ਜਿਸ ਦੇ ਵਿੱਚ ਕੋਈ ਅਤਕਥਨੀ ਨਹੀਂ। ਇਹ 'ਚ ਕੋਈ ਅਤਕਥਨੀ ਨਹੀਂ ਹੈ ਜੀ, ਬਿਲਕੁਲ। ਹਾਂਜੀ, ਦੁਨੀਆ ਦੇ ਇਤਿਹਾਸ ਵਿੱਚ ਕੋਈ ਐਸਾ ਇਨਕਲਾਬ ਆਇਆ ਹੀ ਨਹੀਂ ਜੀ
ਜਿਸ ਵੇਲੇ ਕਿ ਸਾਰੀ ਲੋਕਾਈ ਜਿਹੜੀ ਹੈ ਨਾ ਉਹ ਬਿਲਕੁਲ ਮਰ ਚੁੱਕੀ ਸੀ, ਜ਼ਮੀਰਾਂ ਮਰ ਚੁੱਕੀਆਂ ਸੀਗੀਆਂ ਜੀ। ਲੋਕਾਂ ਵਿੱਚ ਅਣਖ ਗੈਰਤ ਨਾਮ ਦੀ ਜੀ। ਚੀਜ਼ਾਂ ਖਤਮ ਹੋ ਚੁੱਕੀਆਂ ਸੀਗੀਆਂ ਜੀ ਔਰ ਲੋਕ ਜਿਹੜੇ ਸੀਗੇ ਉਹ ਜੀ। ਗੁਲਾਮੀ ਨੂੰ ਪ੍ਰਵਾਨ ਕਰ ਚੁੱਕੇ ਸੀਗੇ। ਜੀ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਕੀਤਾ ਹੋਇਆ ਇਹ ਮਿਸ਼ਨ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀ ਜੀ ਇਹ ਜੋ ਖਾਲਸੇ ਦੇ ਸਾਰੇ ਗੁਣ ਸੀਗੇ ਉਹਦੇ ਵਿੱਚ ਇੱਕ ਨਵਾਂ ਗੁਣ ਹੋਰ ਪੈਦਾ ਕੀਤਾ, ਉਹ ਸੀਗਾ ਸ਼ਸਤਰ। ਜੀ ਸ਼ਾਸਤਰ ਦੇ ਗੁਣ ਸਾਰੇ ਸੀਗੇ ਜੀ ਕਿ ਉਹਦੇ ਵਿੱਚ ਖਾਲਸੇ ਵਿੱਚ ਹਲੀਮੀ ਵੀ ਹੈ, ਜੀ। ਖਾਲਸੇ ਵਿੱਚ ਸੇਵਾ ਭਾਵਨਾ ਵੀ ਹੈ, ਜੀ। ਖਾਲਸੇ ਵਿੱਚ ਨਿਮਰਤਾ ਵੀ ਹੈ, ਜੀ। ਖਾਲਸੇ ਵਿੱਚ ਅਣਖ ਵੀ ਹੈ, ਗੈਰਤ ਵੀ ਹੈ ਜੀ। ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੀ। ਸ਼ਸਤਰ ਨਾਲ ਦੇ ਕਰਕੇ ਖਾਲਸੇ ਨੂੰ ਸੰਪੂਰਨ ਕਰਤਾ ਜੀ। ਕਿ ਉਸ ਖਾਲਸਾ ਜਿਹੜਾ ਹੈ ਉਹ ਖਾਲਸਾ ਜੀ ਹਮੇਸ਼ਾ ਜੀ ਜਿਹੜਾ ਹੈ ਸ਼ਸਤਰਧਾਰੀ ਹੋਵੇਗਾ। ਜੀ ਉਹ ਇੱਕ ਫਿਲਾਸਫੀ ਹੈ, ਖਾਲਸਾ ਇੱਕ ਫਿਲਾਸਫੀ ਹੈ। ਜੀ ਉਹ ਇਹ ਫਿਲਾਸਫੀ ਜਿਹੜੀ ਹੈ ਇਹਦੇ ਵਿੱਚ ਜਿੱਥੇ ਸਾਡਾ ਬਾਹਰੀ ਸਰੂਪ ਹੈ ਜੀ ਪੰਜਾਂ ਕਕਾਰਾਂ ਦੇ ਨਾਲ ਜੀ ਜੀ ਸਾਡੇ ਕੋਲ ਬਾਹਰੀ ਸਰੂਪ ਹੈ, ਜੀ, ਜੀ। ਉੱਥੇ ਸਾਡੇ ਕੋਲ ਗੁਰੂ ਸਾਹਿਬ ਨੇ ਇੱਕ ਫਿਲਾਸਫੀ ਦਿੱਤੀ ਹੈ, ਬਿਲਕੁਲ। ਇੱਕ ਸਿਧਾਂਤ ਬਖਸ਼ਿਆ। ਬਿਲਕੁਲ ਪ੍ਰੈਸ ਸਾਹਿਬ ਫਿਰ ਪੰਜਾਂ ਪਿਆਰਿਆਂ ਦੀ ਚੋਣ ਜਿਹੜੀ ਆ ਉਹ ਕਿਵੇਂ ਕੀਤੀ ਜਾਂਦੀ ਆ? ਜਿਹੜਾ ਅਸੀਂ ਇਤਿਹਾਸ ਪੜ੍ਹਦੇ ਆ ਇਹ ਜ਼ਿਕਰ ਆਉਂਦਾ ਆ ਕਿ ਵੱਖ-ਵੱਖ ਧਰਮਾਂ ਨਾਲ ਜਾਤਾਂ ਨਾਲ ਸੰਬੰਧਿਤ ਪੰਜ ਪਿਆਰੇ ਸਨ ਜਿਨ੍ਹਾਂ ਨੂੰ ਇੱਕੋ ਬਾਟੇ 'ਚ ਅੰਮ੍ਰਿਤ ਛਕਾ ਕੇ ਫਿਰ ਇੱਕ ਕਰ ਦਿੱਤਾ। ਦੇਖੋ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਨਾ ਜੀ ਜਾਤ ਪਾਤ ਦੀਆਂ ਗੱਲਾਂ ਸੀਗੀਆਂ ਜੀ ਔਰ ਗੁਰੂ ਨਾਨਕ ਪਾਤਸ਼ਾਹ ਨੇ ਇਹ ਜਾਤ ਪਾਤ ਦਾ ਬੜਾ ਖੰਡਨ ਕੀਤਾ। ਬਿਲਕੁਲ ਔਰ ਜਿਸ ਵੇਲੇ ਖਾਲਸੇ ਦੀ ਸਾਜਨਾ ਕੀਤੀ ਗਈ ਨਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਜੀ 30 ਮਾਰਚ 1699 ਨੂੰ ਜੀ ਤਕਰੀਬਨ ਕਹਿੰਦੇ 80,000 ਦਾ ਕਰੀਬ ਇਕੱਠ ਸੀਗਾ ਜੀ ਔਰ ਉਸ 80,000 ਦੇ ਇਕੱਠ ਵਿੱਚ ਜੀ ਗੁਰੂ ਸਾਹਿਬ ਨੇ ਜਦ ਪਹਿਲਾਂ ਕਥਾ ਹੋਈ, ਕੀਰਤਨ ਹੋਇਆ, ਸਭ ਕੁਝ ਹੋ ਗਿਆ, ਧਾਰਮਿਕ ਦੀਵਾਨ ਸਜ ਗਏ। ਜੀ ਜਦ ਧਾਰਮਿਕ ਦੀਵਾਨ ਸਜਣ ਦੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਸ਼ਮਸ਼ੀਰ ਲੈ ਕਰਕੇ ਸੰਗਤ ਦੇ ਵਿੱਚ ਹਾਜ਼ਰ ਹੋਏ ਜੀ ਤੇ ਬੁਲੰਦ ਆਵਾਜ਼ ਵਿੱਚ ਕਿਹਾ ਜੀ ਕਿ ਮੈਨੂੰ ਅੱਜ ਇੱਕ ਸੀਸ ਦੀ ਲੋੜ ਹੈ, ਜੀ ਇੱਕ ਸੀਸ ਦੀ ਲੋੜ ਹੈ। ਜੀ ਪਹਿਲੀ ਵਾਰੀ ਕਿਹਾ, ਜਵਾਬ ਨਹੀਂ ਆਇਆ। ਜੀ ਦੂਸਰੀ ਵਾਰੀ ਕਿਹਾ, ਜਵਾਬ ਨਹੀਂ ਆਇਆ। ਜੀ ਜਦ ਤੀਸਰੀ ਵਾਰੀ ਕਿਹਾ ਜੀ ਤੇ ਗਲ 'ਚ ਪੱਲਾ ਪਾ ਕਰਕੇ ਭਾਈ ਦਇਆ ਸਿੰਘ ਜੀ, ਜੀ ਜੋ ਕਿ ਬਾਅਦ ਵਿੱਚ ਭਾਈ ਦਇਆ ਸਿੰਘ ਨਾ ਬਣਿਆ, ਜੀ ਜੀ ਉਹ ਖਲੋਂਦੇ ਨੇ। ਜੀ ਹੁਣ ਇੱਥੇ ਫੇਰ ਗੱਲ ਆ ਗਈ, ਜੀ ਇਹ ਡਿਵਾਈਨ ਆਰਡਰ ਸੀਗਾ। ਜੀ 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 ਇਹ ਅਕਾਲ ਪੁਰਖ ਦਾ ਪਹਿਲਾਂ ਹੀ ਇੱਕ ਵਿਧੀ ਵਿਧਾਨ ਬਣਿਆ ਸੀ। ਬਿਲਕੁਲ ਬਣਿਆ ਸੀ। ਜੀ ਭਾਈ ਦਇਆ ਸਿੰਘ ਦੇ ਬਾਅਦ ਭਾਈ ਧਰਮ ਸਿੰਘ ਜੀ ਆਉਂਦੇ ਉੱਠਦੇ, ਜੀ ਫਿਰ ਉਹਦੇ ਬਾਅਦ ਭਾਈ ਹਿੰਮਤ ਸਿੰਘ ਜੀ, ਜੀ ਭਾਈ ਮੋਹਕਮ ਸਿੰਘ ਜੀ, ਜੀ। ਭਾਈ ਸਾਹਿਬ ਸਿੰਘ ਜੀ। ਜੀ ਹੋਰ ਦੇਖਿਆ ਜਾਏ ਤਾਂ ਇਹ ਸਾਰਾ ਕੁਝ ਗੁਰੂ ਨਾਨਕ ਪਾਤਸ਼ਾਹ ਨੇ ਇਹ ਸਾਰੇ ਪ੍ਰਿੰਸੀਪਲਸ ਪਹਿਲਾਂ ਹੀ ਜਪਜੀ ਸਾਹਿਬ ਦੇ ਵਿੱਚ ਤੇ ਆਪਣੀ ਬਾਕੀ ਬਾਣੀਆਂ ਵਿੱਚ ਨਿਰਧਾਰਿਤ ਕਰਤੇ ਸੀ। ਦਇਆ ਧਰਮ ਤੌਲ ਧਰਮ ਜੀ। ਤੇ ਆਕਾਪੂ, ਜੀ 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 ਠੀਕ ਹੈ ਜੀ। ਸਭ ਤੋਂ ਪਹਿਲਾਂ ਸਿੱਖ ਦੇ ਵਿੱਚ ਦਇਆ ਹੋਣੀ ਚਾਹੀਦੀ ਹੈ। ਜੀ ਦਇਆ, ਜੀ ਜੇ ਸਿੱਖ ਦੇ ਵਿੱਚ ਦਇਆ ਨਹੀਂ ਤਾਂ ਉਹ ਸਿੱਖ ਨਹੀਂ ਹੋ ਸਕਦਾ, ਉਹ ਖਾਲਸਾ ਨਹੀਂ ਹੋ ਸਕਦਾ। ਜੀ ਦੂਜੀ ਗੱਲ ਧਰਮ, ਜੀ ਧਰਮ ਜੀ ਜੀ ਦਇਆ ਤੇ ਧਰਮ ਦਾ ਆਪਸ ਵਿੱਚ ਇੱਕ ਸੰਬੰਧ ਹੈ। ਜੀ ਤੇ ਜੇ ਦਇਆ ਵੀ ਆ ਗਈ, ਧਰਮ ਵੀ ਆ ਗਿਆ, ਜੀ ਤੇ ਜੇ ਹਿੰਮਤ ਨਾ ਹੋਈ ਤਾਂ ਕੰਮ ਨਹੀਂ ਬਣਨਾ ਜੀ 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 ਹੈ। ਬਿਲਕੁਲ ਤੇ ਫਿਰ ਮੋਹਕਮ ਜੀ ਤੁਹਾਡੇ ਤੇ ਦ੍ਰਿੜਤਾ ਵੀ ਚਾਹੀਦੀ ਹੈ। ਜੀ ਤੇ ਜੇ ਸਾਰੇ ਸੁਮੇਲ ਹੋ ਗਏ ਗੁਣਾਂ ਦੇ ਜੀ ਤੇ ਫਿਰ ਖਾਲਸੇ ਦੇ ਵਿੱਚ ਜਿਹੜਾ ਖਾਲਸਾ ਹੈ ਉਹ ਸਾਹਿਬ ਦੀ ਪਦਵੀ ਪ੍ਰਾਪਤ ਕਰ ਲੈਂਦਾ, ਉਹ ਅਕਾਲ ਪੁਰਖ ਨਾਲ ਅਭੇਤ ਹੋ ਜਾਂਦਾ ਹੈ। ਜੀ 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 ਉਹ ਬਿਲਕੁਲ ਅਕਾਲ ਪੁਰਖ ਨਾਲ ਅਭੇਤ ਹੋ ਜਾਂਦਾ ਹੈ। ਜੀ। ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੀ ਅੰਮ੍ਰਿਤ ਛਕਾਉਣ ਵੇਲੇ 5 ਚੀਜ਼ਾਂ ਦਾ ਇਸਤੇਮਾਲ ਕੀਤਾ। ਜੀ ਨੰਬਰ 1 ਖੰਡਾ। ਜੀ ਹੋਰ ਖੰਡਾ ਇੱਕ ਐਸਾ ਸ਼ਸਤਰ ਹੈ ਜੀ ਕਿ ਜਿਹੜਾ ਕਿ ਸਾਡੇ ਵਿੱਚੋਂ ਮੌਤ ਦਾ ਭੈ ਕੱਢਦਾ ਹੈ। ਜੀ ਮੌਤ ਦਾ ਭੈ, ਵੀਰ ਰਸ ਪੈਦਾ ਕਰਦਾ ਹੈ, ਜੀ ਵੀਰ ਰਸ ਪੈਦਾ ਕਰਦਾ ਹੈ। ਜੀ ਦੂਜਾ ਸੀਗਾ ਬਾਟਾ, ਜੀ ਵੱਡਾ ਬਾਟਾ, ਜੀ ਮਤਲਬ ਖਾਲਸੇ ਦਾ ਹਿਰਦਾ ਬੜਾ ਵਿਸ਼ਾਲ ਰਹਿਣਾ ਚਾਹੀਦਾ। ਜੀ 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 ਪਤਾਸ਼ੇ ਪਾਏ ਔਰ ਚ ਜੀ ਭਾਵ ਕਹਿਣ ਦਾ ਜੀ ਇੱਕ ਖਾਲਸੇ ਵਿੱਚ ਮਿਠਾਸ ਵੀ ਚਾਹੀਦੀ ਹੈ, ਬਿਲਕੁਲ ਮਿਠਾਸ ਵੀ ਚਾਹੀਦੀ। ਜੀ। ਇਹ ਸਾਰੇ ਗੁਣ ਨੇ। ਜੀ 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 ਤੇ ਪਾਣੀ, ਜੀ ਜਿਹੜਾ ਜਲ ਸੀਗਾ, ਜੀ ਜੀ ਉਹ ਜਲ ਦਾ ਸਿਧਾਂਤ ਕੀ ਹੈ ਕਿ ਜਲ ਜਿਹੜਾ ਹੈ ਆਪਣੇ ਸੁਭਾਅ ਨੂੰ ਨਹੀਂ ਛੱਡਦਾ, ਜੀ ਇਹ ਜਾਂਦਾ ਨਿਵਾਣ ਵਾਲੇ ਪਾਸੇ ਨੂੰ ਹੈ। ਜੀ
ਨਿਮਰਤਾ ਵਾਲੇ ਪਾਸੇ ਵੀ ਜਾਂਦਾ ਹੈ। ਬਿਲਕੁਲ ਤੇ ਜੇ ਜਲ ਦੇ ਉੱਤੇ ਥੱਲੇ ਸੇਕ ਲਾ ਦਈਏ, ਸੇਕ ਲਾ ਦਈਏ ਤਾਂ ਕੀ ਹੋਏਗਾ ਜੀ, ਜਲ ਗਰਮ ਹੋ ਜਾਏਗਾ। ਗਰਮ ਹੋਏਗਾ, ਹੈ ਬਿਲਕੁਲ। ਜਬੇ ਬਾਣ ਲਾਗਿਓ ਤਵੇ ਰੋਜ਼ ਰੋਜ਼ ਜਾਗਿਓ, ਜਾਗਿਓ, ਜੀ, ਹੈ ਜੀ। ਫਿਰ ਵੀਰ ਰਸ ਵੀ ਹੈਗਾ ਜੀ, ਜਿਹਨੂੰ ਗਰਮ ਕਰੋਗੇ ਤਾਂ, ਹੈ। ਬਿਲਕੁਲ ਹੈ ਤੇ ਸੱਚੇ ਪਾਤਸ਼ਾਹ ਨੇ ਪੰਜਵੀਂ ਚੀਜ਼ ਜਿਹੜੀ ਪਾਈ ਜੀ, ਉਹ ਸੀ ਗੁਰਬਾਣੀ। ਜੀ, ਪੰਜਾਂ ਬਾਣੀਆਂ ਦਾ ਉਹ 'ਚ ਜਾਪ ਕੀਤਾ ਗਿਆ। ਜੀ, ਜਪਜੀ ਸਾਹਿਬ, ਜੀ, ਜਾਪ ਸਾਹਿਬ, ਜੀ, ਸੁਦਾ ਸਵਈਏ, ਜੀ, ਚੌਪਈ ਸਾਹਿਬ, ਜੀ, ਆਨੰਦ ਸਾਹਿਬ। ਇਹ ਬਾਣੀ ਜਿਹੜੀ ਸੀਗੀ ਘੋਲ ਕੇ ਖੰਡੇ ਦੇ ਨਾਲ ਪਤਾਸ਼ੇ ਘੋਲ ਕੇ ਸੱਚੇ ਪਾਤਸ਼ਾਹ ਨੇ ਉਹ ਅੰਮ੍ਰਿਤ ਤਿਆਰ ਕੀਤਾ। ਜੀ। ਸੁਰਜਨ ਮੁੰਜਨ ਅੰਮ੍ਰਿਤ ਖੋਜੇ ਸੋ ਜੀ। ਅੰਮ੍ਰਿਤ ਗੁਰ ਤੇ ਪਾਇਆ। ਪਾਸ, ਬਿਲਕੁਲ। ਸੁਰਨਰ ਮੁੰਜਨ ਅੰਮ੍ਰਿਤ ਖੋਜੇ ਬਿਲਕੁਲ। ਸੋ ਅੰਮ੍ਰਿਤ ਗੁਰ ਤੇ ਗੁਰ ਤੇ ਪਾਇਆ। ਪਾਇਆ। ਇਹ ਉਹ ਅੰਮ੍ਰਿਤ ਸਾਨੂੰ ਦਿੱਤਾ ਜੀ, ਜੀ, ਸੱਚੇ ਜੀ। ਪਾਤਸ਼ਾਹ ਨੇ। ਜੀ। ਅੰਮ੍ਰਿਤ ਪੀਵੋ ਸਦਾ ਸਦਾ ਚਿਰ ਚਿਰ ਜੀਵੋ, ਜੀਵੋ, ਬਿਲਕੁਲ। ਹਰ ਸਿਮਰਤ ਅਨੰਦ ਅਨੰਤਾ। ਜੀ। ਸਾਨੂੰ ਉਹ ਅੰਮ੍ਰਿਤ ਦੀ ਦਾਤ ਸੱਚੇ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਉਹ ਦਾਤ ਬਖਸ਼ੀ। ਜੀ। ਔਰ ਉਹਦੇ ਬਾਅਦ ਜੀ, ਇੱਕ ਐਸਾ ਇਨਕਲਾਬ ਜੀ, ਕਿ ਜਿਹੜਾ ਗੁਰੂ ਹੈ ਉਹ ਆਪ ਖੁਦ ਚੇਲਾ ਬਣ ਰਿਹਾ। ਜੀ, ਫਿਰ ਉਹਨਾਂ ਕੋਲੋਂ ਇੱਕ ਦਾਤ ਮੰਗੀ ਜੀ, ਕਿ ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਬਿਲਕੁਲ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਆਪੇ ਗੁਰ ਗੁਰ ਚੇਲਾ। ਚੇਲਾ। ਇਹ ਦੁਨੀਆ ਦੇ ਇਤਿਹਾਸ ਵਿੱਚ ਕਦੀ ਵੀ ਇਹ ਚੀਜ਼ ਨਹੀਂ ਮਿਲ ਸਕਦੀ ਜੀ। ਕਿ ਇੱਕ ਗੁਰੂ ਆਪ ਆਪਣੇ ਚੇਲਿਆਂ ਨੂੰ ਅੰਮ੍ਰਿਤ ਛਕਾ ਰਿਹਾ ਹੈ ਜੀ। ਤੇ ਫਿਰ ਉਹਦੇ ਬਾਅਦ ਖੁਦ ਜੀ। ਚੇਲਾ ਬਣ ਕੇ ਜੀ। ਤੇ ਉਹਨਾਂ ਨੂੰ ਗੁਰੂ ਬਣ ਕੇ ਉਹਨਾਂ ਕੋਲ ਦਾਤ ਮੰਗ ਰਿਹਾ। ਜੀ, 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 ਸੋ ਆਪੇ ਗੁਰੂ ਜੀ। ਆਪੇ ਹੈ ਚੇਲਾ। ਜੀ। ਇਹ ਸਾਨੂੰ ਬੜੀ ਵੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਸੋ ਬਿਲਕੁਲ ਪ੍ਰੈਸ ਸਾਹਿਬ, ਅਗਲੀ ਗੱਲ ਕਰਾਂ ਤਾਂ ਖਾਲਸਾ ਦੀ ਸਿਰਜਣਾ ਦੀ ਜ਼ਰੂਰਤ ਜਿਹੜੀ ਆ ਜਾਂ ਲੋੜ ਕਹਿ ਲਿਆ ਜਾਵੇ ਤਾਂ ਉਹ ਕਿਉਂ ਮਹਿਸੂਸ ਹੋਈ ਜਾਂ ਕਿਉਂ ਪਈ? ਵੇਖੋ ਭਾਰਤ ਦੇ ਜਿਹੜੇ ਉਸ ਵੇਲੇ ਦੇ ਹਾਲਾਤ ਸੀਗੇ ਨਾ, ਜੀ, ਭਾਰਤ ਦੇ ਲੋਕ ਉਸ ਵੇਲੇ ਬਿਲਕੁਲ ਆਪਣੇ ਆਪ ਨੂੰ ਗੁਲਾਮੀਅਤ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਜੀ, ਬੈਠ ਚੁੱਕੀ ਸੀਗੀ। ਜੀ, ਔਰ ਉਸ ਗੁਲਾਮੀਅਤ ਦੇ ਕਾਰਨ ਜੀ, ਜਿਹੜੇ ਲੋਕ ਸੀਗੇ ਉਹਨਾਂ ਦੀਆਂ ਧੀਆਂ ਬਹੂ ਬੇਟੀਆਂ, ਉਹਨਾਂ ਦੇ ਧਰਮ, ਜੀ, ਉਹਨਾਂ ਦੇ ਧਾਰਮਿਕ ਚਿੰਨ੍ਹ ਜੀ, ਸਾਰੇ ਖਤਰੇ ਵਿੱਚ ਸੀਗੇ। ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਵੇਲੇ 9 ਸਾਲ ਦੀ ਅਵਸਥਾ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ, ਦਾ ਸੀਸ ਭਾਈ ਜੈਤਾ ਜੀ ਲੈ ਕੇ ਆਉਂਦੇ ਨੇ ਜੀ। ਤੇ ਪੁੱਛਦੇ ਨੇ ਸੱਚੇ ਪਾਤਸ਼ਾਹ ਕਿ ਜਿਸ ਵੇਲੇ ਇਹਨਾਂ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਜੀ, ਤਾਂ ਉਸ ਵੇਲੇ ਕਿੰਨੇ ਕੁ ਉੱਥੇ ਸਿੱਖ ਸੀਗੇ? ਜੀ, ਤਾਂ ਜਿਸ ਵੇਲੇ ਜਵਾਬ ਮਿਲਦਾ ਭਾਈ ਜੈਤਾ ਜੀ ਕੋਲੋਂ ਜੀ, ਤਾਂ ਗੁਰੂ ਸਾਹਿਬ ਕਹਿੰਦੇ ਫਿਰ ਮੈਂ ਐਸਾ ਖਾਲਸਾ ਸਾਜਾਂਗਾ ਜਿਹੜਾ ਕਿ ਲੱਖਾਂ ਦੇ ਵਿੱਚ ਵੀ ਖਲੋਤਾ ਨਜ਼ਰ ਆਏਗਾ। ਜੀ, ਸੋ ਗੁਰੂ ਸਾਹਿਬ ਨੇ ਜੀ। ਇਹ, ਫਿਰ ਮੈਂ ਉੱਥੇ ਗੱਲ ਕਰਾਂ, ਜੀ, ਇਹ ਕੋਇਨਸੀਡੈਂਸ ਨਹੀਂ ਹੈਗੇ, ਜੀ, 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 ਇਹ ਘਟਨਾਵਾਂ ਕੋਇਨਸੀਡੈਂਸ ਨਹੀਂ ਹੈਗੀਆਂ। ਜੀ, ਇਹ ਘਟਨਾਵਾਂ ਜਿਹੜੀਆਂ ਸੀਗੀਆਂ ਅਕਾਲ ਪੁਰਖ ਦੇ ਵਿਧੀ ਵਿਧਾਨ ਦੇ ਮੁਤਾਬਕ ਬਿਲਕੁਲ। ਇਹ ਤੁਰਿਆ ਆ ਰਿਹਾ ਸੀ ਪ੍ਰੋਗਰਾਮ। ਜੀ, ਇੱਕ ਕਾਜ਼ਸ ਜੀ, ਕਾਜ਼ ਬਣਿਆ, ਜੀ। ਫਿਰ ਉਹਦੇ ਕਰਕੇ ਇਹ ਗੱਲ ਬਣੀ। ਸੋ ਕਹਿਣ ਤੋਂ ਭਾਵ ਹੈਗਾ ਹੈ ਜੀ। ਕਿ ਗੁਰੂ ਸਾਹਿਬ ਨੇ ਇਹਨਾਂ ਕਾਰਨਾਂ ਕਰਕੇ ਕਿ ਮੇਰਾ ਖਾਲਸਾ ਜਿਹੜਾ ਹੈ ਬਿਲਕੁਲ ਨਿਆਰਾ ਹੋਏਗਾ। ਜਬ ਜੀ। ਲਕ ਖਾਲਸਾ ਰਹੇ ਨਿਆਰਾ ਜੀ। ਤਬ ਲਕ ਤੇਜ ਜਿਉ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਇਨਕੀ ਪ੍ਰਤੀਤ। ਪ੍ਰਤੀਤ। ਭਾਵ ਕਹਿੰਦਾ ਕਿ ਐਸਾ ਖਾਲਸਾ ਤਿਆਰ ਕਰਤਾ ਸੱਚੇ ਪਾਤਸ਼ਾਹ ਨੇ ਜੋ ਕਿ ਲੱਖਾਂ ਦੇ ਵਿੱਚ ਪਛਾਣਿਆ ਜਾਂਦਾ ਹੈ। ਅੱਜ ਤੁਸੀਂ ਦੇਖੋ ਜੀ, ਗਲੋਬਲ ਲੈਵਲ ਦੇ ਉੱਤੇ ਜੀ, ਖਾਲਸਾ ਜਿਹੜਾ ਹੈ ਦੂਰੋਂ ਹੀ ਪਛਾਣਿਆ ਜਾਂਦਾ ਹੈ। ਜੀ, ਬਿਲਕੁਲ, ਖਾਲਸੇ ਦੇ ਜਿਹੜੇ ਫੰਕਸ਼ਨਸ ਨੇ ਜੀ, ਉਹ ਸਾਰੀ ਜਿਹੜੀ ਹੈ ਗਲੋਬਲ ਕਮਿਊਨਿਟੀ ਜੀ, ਅੱਜ ਉਹਨਾਂ ਨੂੰ ਐਕਸੈਪਟ ਕਰ ਰਹੀ ਹੈ, ਐਕਨੋਲਜ ਕਰ ਰਹੀ ਹੈ। ਜੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਦਿੱਤੀ ਗਈ ਸਾਰਾ ਜਿਹੜਾ ਨਿਆਰਾਪਨ ਹੈ, ਹਾਂਜੀ, ਉਹ ਨਿਆਰੇਪਨ ਕਰਕੇ ਇਹ ਸਾਰਾ ਕੁਝ ਵਰਤਾਰਾ ਹੋ ਰਿਹਾ ਹੈ। ਜੀ, ਬਿਲਕੁਲ। ਪ੍ਰੈਸ ਸਾਹਿਬ, ਇੱਕ ਗੱਲ ਹੋਰ ਮੇਰੇ ਜ਼ਿਹਨ ਦੇ ਵਿੱਚ ਆ ਰਹੀ ਹੈ, ਕਕਾਰਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਕਾਰਾਂ ਦਾ ਕੀ ਮਹੱਤਵ ਹੈਗਾ ਆ, ਤੇ ਕਕਾਰ ਜਿਹੜੇ ਆ ਇਹਨਾਂ ਦੇ ਸੰਬੰਧ 'ਚ ਮੈਂ ਚਾਹੂੰਗਾ ਕਿ ਜਿਹੜੇ ਦਰਸ਼ਕ ਸਰੋਤੇ ਜਿਹੜੇ ਆ ਉਹ ਦੇਖ ਰਹੇ ਆ ਪ੍ਰੋਗਰਾਮ, ਉਹਨਾਂ ਨੂੰ ਜ਼ਰੂਰ ਇਹ ਦੱਸੋ, ਖਾਸ ਤੌਰ ਤੇ ਜਿਹੜਾ ਯੂਥ ਹੈ ਉਹਨਾਂ ਨੂੰ ਬਹੁਤ ਕੁਝ ਜਿਹੜਾ ਇਸ ਚੀਜ਼ ਤੋਂ ਪਤਾ ਲੱਗੇਗਾ। ਦੇਖੋ, ਇਹ ਸਾਰਿਆਂ ਨੂੰ ਪਤਾ ਹੈ ਜੀ, ਕਿ ਜਿਹੜੇ 5 ਕਕਾਰ ਨੇ ਜੀ, ਉਹਨਾਂ ਦੇ ਵਿੱਚ ਕੇਸ, ਜੀ, ਕੇਸਾਂ ਦੇ ਉੱਤੇ ਕੇਸਕੀ, ਜੀ, ਕੰਗਾ, ਜੀ, ਕਿਰਪਾਨ, ਜੀ, ਕਛਹਿਰਾ, ਕੜਾ, ਜੀ, ਇਹ ਸਾਡੇ ਕਕਾਰ ਨੇ। ਜੀ, ਹੋਰ ਮੈਂ ਇੱਥੇ ਤੁਹਾਡੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨਾ ਚਾਹਾਂਗਾ ਜੀ, ਕਿ ਹਰ ਕਕਾਰ ਦਾ ਜੀ,
ਅਧਿਆਤਮਿਕਵਾਦ ਦੇ ਨਾਲ, ਸਪਿਰਚੁਅਲਿਟੀ ਦੇ ਨਾਲ ਕਨੈਕਸ਼ਨ ਹੈਗਾ। ਜੀ ਇਹ ਕੇਵਲ ਤੇ ਕੇਵਲ ਇੱਕ ਬਾਹਰੀ ਦਿਖਾਵੇ ਦੇ ਕਕਾਰ ਨਹੀਂ ਹੈਗੇ। ਜੀ ਹਰ ਕਕਾਰ ਦਾ ਜੀ ਵਾਹਿਗੁਰੂ ਦੇ ਨਾਲ ਮਿਲਾਪ ਦੇ ਵਿੱਚ ਹਰ ਕਕਾਰ ਸਹਾਈ ਹੈ। ਬਿਲਕੁਲ ਇਹ ਕੇਵਲ ਤੇ ਕੇਵਲ ਇਸ ਨੂੰ ਅਸੀਂ ਆਪਣੀ ਇੱਕ ਸਿੰਬਲਸ ਆਫ ਫੇਥ ਦੇ ਰੂਪ ਨਾਲ ਲਈਏ ਜੀ ਕਿ ਸਾਡੇ ਧਰਮ ਦੀ ਪਹਿਚਾਣ ਦੇ ਰੂਪ ਨਾਲ ਲਈਏ। ਜੀ ਹਰ ਕਕਾਰ ਦਾ, ਜੀ ਮੈਂ ਜਿਵੇਂ ਜ਼ਿਕਰ ਕੀਤਾ, ਪ੍ਰਭੂ ਦੇ ਮਿਲਾਪ ਨਾਲ, ਵਾਹਿਗੁਰੂ ਦੇ ਮਿਲਾਪ ਨਾਲ ਜੀ। ਹਰ ਇੱਕ ਦਾ ਸੰਬੰਧ ਹੈ। ਜੀ ਜਿਹਦਾ ਆਪਾਂ ਕੇਸਾਂ ਦੀ ਗੱਲ ਕਰੀਏ, ਜੀ ਜੇ ਕੇਸ ਰੱਖਣ ਦਾ ਮਤਲਬ ਹੈ ਕਿ ਅਸੀਂ ਹੁਕਮ 'ਚ ਹੈਗੇ ਹਾਂ, ਜੀ ਕਿਉਂਕਿ ਇਹ ਅਕਾਲ ਪੁਰਖ ਵੱਲੋਂ, ਕੁਦਰਤ ਵੱਲੋਂ ਸਾਨੂੰ ਬਖਸ਼ੇ ਹੋਏ ਨੇ। ਬਿਲਕੁਲ ਇਹਨਾਂ ਦੀ ਬੇਅਦਬੀ ਕਰਨੀ, ਇਹਨਾਂ ਨੂੰ ਕੱਟਣਾ, ਜੀ ਇਹਦਾ ਮਤਲਬ ਹੈ ਕਿ ਅਸੀਂ ਅਕਾਲ ਪੁਰਖ ਦੇ ਹੁਕਮ ਨੂੰ ਨਹੀਂ ਮੰਨਦੇ। ਜੀ ਮੈਂ ਸੰਖੇਪ ਵਿੱਚ ਤੁਹਾਡੀ ਗੱਲ ਕਰਾਂ। ਜੀ ਦੂਸਰੀ ਗੱਲ ਆ ਗਈ ਕਿ ਕੰਘਾ, ਜੀ ਹੋ ਜਾ ਕੇਸ ਨੇ ਤੇ ਉਹਨਾਂ ਦੀ ਸਵੱਛਤਾ ਵਾਸਤੇ, ਜੀ ਉਹਨਾਂ ਦੀ ਵਾਸਤੇ ਸਫਾਈ ਵਾਸਤੇ ਜੀ। ਜ਼ਰੂਰੀ ਹੈ ਕਿ ਕੰਘਾ ਵੀ ਹੋਏ। ਉਹ ਜੀ। ਕੰਘਾ ਵੀ ਲੱਕੜ ਦਾ ਚਾਹੀਦਾ। ਜੀ ਇਹ ਨਹੀਂ ਅੱਜ ਕੱਲ ਹਾਥੀ ਦੇ ਦੰਦ ਦੇ ਤੇ ਹੋਰ ਕਈ ਕਿਸਮ ਦੇ ਬਿਲਕੁਲ। ਆ ਗਏ ਨੇ, ਕਈ ਚੀਜ਼ਾਂ ਦੇ ਕੰਘੇ ਬਣ ਚੁੱਕੇ ਨੇ, ਬਿਲਕੁਲ। ਲੇਕਿਨ ਉਹ ਪ੍ਰਵਾਨਿਤ ਨਹੀਂ ਹੈਗੇ ਮਰਿਆਦਾ ਮੁਤਾਬਕ। ਜੀ ਨੈਕਸਟ ਕਿ ਸਾਡੇ ਕਿਰਪਾਨ, ਜੀ ਕਿਰਪਾਨ ਦਾ ਮਤਲਬ ਹੀ ਹੈ ਕਿਰਪਾਨ। ਜੀ ਹੋਰ ਇਹ ਕਿਰਪਾਨ ਦਾ ਇੱਕ ਵਿਸ਼ੇਸ਼ ਮਹੱਤਵ ਹੈ ਕਿ ਇਹ ਆਪਣੀ ਡਿਫੈਂਸ ਵੀ ਕਰੇਗੀ ਜੀ ਤੇ ਡਿਫੈਂਸਲੈਸ ਨੂੰ ਡਿਫੈਂਸ ਵੀ ਪ੍ਰੋਵਾਈਡ ਕਰੇਗੀ। ਜੀ ਬਿਲਕੁਲ ਆਪਣੀ ਵੀ ਰੱਖਿਆ ਕਰਨੀ ਹੈ ਤੇ ਇੱਕ ਡਿਫੈਂਸਲੈਸ ਦੀ ਰੱਖਿਆ ਵੀ ਕਰਨੀ ਹੈ। ਔਰ ਬਿਲਕੁਲ ਇਹ ਅਕਾਲ ਪੁਰਖ ਨੇ ਖਾਲਸੇ ਦੀ ਡਿਊਟੀ ਲਗਾਈ ਹੋਈ ਹੈ। ਜੀ ਹਾਂਜੀ, ਤੇ ਉਹ ਜਿਹੜੀ ਡਿਊਟੀ ਹੈ ਨਾ, ਜੀ ਉਹਦੇ ਵਿੱਚ ਸੱਚੇ ਪਾਤਸ਼ਾਹ ਨੇ ਬੜਾ ਸਪਸ਼ਟ ਕੀਤਾ ਹੈ, ਜੀ ਚੂੰਕਾਰ ਅਜਮਾਹੀਲ ਤੇ ਦਰਗੁਦਸ਼ਤ ਜੀ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਸ਼ੀਰ ਦਸਤ। ਦਸਤ ਇਹਦਾ ਇਸਤੇਮਾਲ ਵੀ ਦੱਸਦਾ ਜੀ। ਕਿ ਕਦੋਂ ਕਰਨਾ ਹੈ, ਜੀ ਕਦੋਂ ਕਰਨਾ ਹੈ। ਇਹ ਨਹੀਂ ਕਿ ਇਹ ਸਿਰਫ ਲੋਹੇ ਦਾ ਜਨੇਊ ਬਣ ਕੇ ਰਹਿ ਜਾਏ, ਜਿਵੇਂ ਕਿ ਅੱਜ ਜੀ ਸਿੱਖਾਂ ਦੀ ਮਾਨਸਿਕਤਾ ਦੇ ਵਿੱਚ ਹੈਗਾ ਕਿ ਭਾਈ ਇਹ ਕਿਰਪਾਨ ਜਿਹੜੀ ਹੈ ਨਾ, ਠੀਕ ਹੈ ਧਾਰਨ ਕੀਤੀ ਹੋਈ ਹੈ, ਲੇਕਿਨ ਅੰਦਰੋਂ ਵੀਰ ਰਸ ਖਤਮ ਹੋ ਗਿਆ, ਅਲੋਪ ਹੋ ਗਿਆ, ਜੀ ਵੀਰ ਰਸ ਅਲੋਪ ਹੋ ਗਿਆ। ਤੋ ਕਿਰਪਾਨ ਦਾ ਆਪਣਾ ਇੱਕ ਮਹਾਤਮ ਹੈ, ਇਹਦੀ ਆਪਣੀ ਇੱਕ ਇੰਪੋਰਟੈਂਸ ਕਿਰਪਾਨਾਂ ਹੈ। ਦੇ ਪ੍ਰਸਬ ਆਕਾਰ ਵੀ ਜਿਹੜੇ ਆ ਉਹ ਛੋਟੇ ਹੀ ਲਗਭਗ ਜਿਹੜੇ ਆ ਉਹ ਪਾ ਲੈਂਦੇ ਆ ਕਿ ਸ਼ਾਇਦ ਇਹ ਇੱਕ ਵੈਸੇ ਹੀ ਪਾਉਣ ਵਾਸਤੇ ਇੱਕ ਮੈਚ ਫਾਰਮੈਲਿਟੀ। ਜੀ 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 ਠੀਕ ਹੈ ਨਾ? ਬਿਲਕੁਲ ਹੈ। ਫਿਰ ਕੜਾ, ਜੀ ਕੜਾ ਜਿਹੜਾ ਹੈ ਉਹ ਆਮ ਤੌਰ ਤੇ ਸਾਨੂੰ ਰਾਈਟ ਹੈਂਡ 'ਚ ਪਾਈਦਾ। ਜੀ ਹੋਰ ਇਹਦਾ ਮਤਲਬ ਹੈ ਜੀ ਕਿ ਜਿੱਥੇ ਇਹਦਾ ਆਕਾਰ ਗੋਲ ਹੈ, ਜੀ ਜਿਹਦਾ ਕਿ ਆਕਾਰ ਗੋਲ ਦਾ ਮਤਲਬ ਹੈ ਕਿ ਇਹਦਾ ਬਿਗਨਿੰਗ ਤੇ ਐਂਡ, ਜੀ ਜਿਵੇਂ ਕਿ ਅਕਾਲ ਪੁਰਖ ਦਾ ਬਿਗਨਿੰਗ ਤੇ ਐਂਡ ਨਹੀਂ ਲੱਭਿਆ ਜਾ ਸਕਦਾ, ਜੀ ਇਸੇ ਤਰੀਕੇ ਨਾਲ ਸਾਨੂੰ ਯਾਦ ਕਰਾਉਂਦਾ ਹੈ ਕਿ ਅਕਾਲ ਪੁਰਖ ਦਾ ਬਿਗਨਿੰਗ ਤੇ ਜੀ। ਐਂਡ, ਕਿਉਂਕਿ ਉਹ ਬੇਅੰਤ ਹੈ। ਜੀ ਤੇ ਨਾਲ ਦੇ ਨਾਲ ਸਾਨੂੰ ਇਸ ਗੱਲ ਦੀ ਯਾਦ ਕਰਵਾਉਂਦਾ ਜੀ। ਕਿ ਭਈ ਮੇਰੇ ਹੱਥ ਵਿੱਚ ਕੜਾ ਪਾਇਆ ਹੈ ਜੀ। ਤੇ ਮੈਂ ਇਹਦੇ ਨਾਲ ਕੋਈ ਬੁਰਾ ਕੰਮ ਨਹੀਂ ਕਰਨਾ। ਨਹੀਂ ਕਰਨਾ, ਬਿਲਕੁਲ। ਫਿਰ ਕਛਹਿਰਾ, ਜੀ ਕਛਹਿਰਾ ਜਿਹੜਾ ਹੈ ਸਾਨੂੰ ਜਤ ਸੱਤ ਦਾ ਸੰਦੇਸ਼ ਦਿੰਦਾ ਹੈ ਜੀ ਕਿ ਅਸੀਂ ਆਪਣੇ ਮਨ ਦੇ ਵਿਕਾਰਾਂ ਨੂੰ ਕੰਟਰੋਲ ਕਰਕੇ ਰੱਖਣਾ ਹੈ। ਜੀ ਠੀਕ ਹੈ, ਜੀ। ਏਕਾ ਨਾਰੀ ਜਤੀ ਹੋਏ, ਜੀ। ਇਸ ਸਿਧਾਂਤ ਤੇ ਚੱਲਣਾ ਹੈ। ਜੀ ਅਸੀਂ ਆਪਣੇ ਅੰਦਰ ਇੱਕ ਕਰੈਕਟਰ ਪੈਦਾ ਕਰਨਾ ਹੈ, ਜੀ। ਉਹ ਖਾਲਸੇ ਕਰੈਕਟਰ ਪੈਦਾ ਕਰਨਾ ਹੈ। ਜੀ। ਇਹ ਕਛਹਿਰਾ ਸਾਨੂੰ ਇਸ ਗੱਲ ਦੇ ਬਾਰੇ ਪ੍ਰੇਰਣਾ ਦਿੰਦਾ। ਸੋ ਇਹ ਸਾਰੇ ਪੰਜ ਦੇ ਪੰਜ ਜੀ। ਕਕਾਰ ਜਿਹੜੇ ਨੇ ਨਾ, ਇਹ ਸਾਨੂੰ ਡਰਾਈਵ ਕਰਦੇ ਨੇ ਸਪਿਰਚੁਅਲਿਟੀ ਵੱਲ ਪਾਸੇ, ਜੀ। ਸਾਡੇ ਓਵਰਆਲ ਕਰੈਕਟਰ ਨੂੰ ਜੀ ਜਿਹੜਾ ਹੈ ਉਹ ਅਕਾਲ ਪੁਰਖ ਵੱਲ ਪਾਸੇ ਲੈ ਕੇ ਜਾਂਦੇ ਨੇ। ਜੀ ਇਸ ਕਰਕੇ ਇਹਦੀ ਆਪਣੀ ਮਹਾਨਤਾ ਹੈਗੀ ਹੈ। ਜੀ ਜੀ ਪ੍ਰਸਭ ਬਹੁਤ ਹੀ ਸੁੰਦਰ ਸ਼ਬਦਾਂ ਦੇ ਵਿੱਚ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਰਿਹਾ, ਬਹੁਤ ਹੀ ਵਿਸਤਾਰਤ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਰਿਹਾ। ਇਸ ਪ੍ਰੋਗਰਾਮ ਦਾ ਸਮਾਂ ਲਗਭਗ ਆਪਣੇ ਕੋਲ ਸਮਾਪਤ ਹੈ। ਲਾਸਟ ਦੇ ਉੱਤੇ ਪ੍ਰਸਭ ਇਹ ਜਾਣਨਾ ਚਾਹੂੰਗਾ ਕਿ ਜੇਕਰ ਅੱਜ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਵੇਂ ਦਾ ਦੌਰ ਹੁਣ ਚੱਲ ਰਿਹਾ ਆ? ਦੇਖੋ, ਮੈਂ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਾਂਗਾ ਕਿਉਂਕਿ ਜੀ। ਕਈ ਵਾਰ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਾਉਂਦੇ ਹੋਏ ਜੀ ਮੈਨੂੰ ਕਈ ਵਾਰ ਐਸੇ ਵਿਦਿਆਰਥੀ ਮਿਲੇ, ਨੌਜਵਾਨ ਜੀ। ਮਿਲੇ, ਜੀ ਜਿਹੜੇ ਕਿ ਕਈ ਵਾਰੀ ਮੇਰੇ ਨਾਲ ਆਰਗੂਮੈਂਟਸ ਕਰਦੇ ਸੀਗੇ ਜੀ ਕਿ ਭਈ ਅੱਜ ਦੇ ਸੰਦਰਭ ਦੇ ਵਿੱਚ ਅੰਮ੍ਰਿਤ ਦੀ ਛਕਣ ਦੀ ਕੋਈ ਲੋੜ ਨਹੀਂ ਹੈਗੀ। ਜੀ ਮੈਂ ਇਹਦਾ ਪੂਰਨ ਰੂਪ ਦੇ ਵਿੱਚ ਇਸ ਚੀਜ਼ ਦਾ ਖੰਡਨ ਕਰਦਾ, ਜੀ ਕਿਉਂਕਿ ਗੁਰੂ ਸਾਹਿਬ ਵੱਲੋਂ ਬਣਾਈ ਹੋਈ ਜਿਹੜੀ ਮਰਿਆਦਾ ਹੈ, ਜੀ ਇਹ ਕੋਈ ਟਾਈਮ ਬਾਉਂਡ ਨਹੀਂ ਹੈਗੀ। ਜੀ ਇਹ
ਇਹ ਨਹੀਂ ਹੈਗਾ ਕਿ ਫਲਾਣੇ ਸਮੇਂ ਵਾਸਤੇ ਸੀਗੀ ਤੇ ਅੱਜ ਇਹਦੀ ਲੋੜ ਨਹੀਂ, ਹਾਂਜੀ ਐਸੀ ਨਹੀਂ। ਜੀ ਗੁਰੂ ਸਾਹਿਬ ਨੇ ਤਾਂ ਸਦੀਵੀ ਤੌਰ ਤੇ ਸਾਨੂੰ ਕਿਹਾ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਜੀ ਉਹ ਸਾਹਿਬ ਮੈਂ ਮੈਂ ਉਸਕਾ ਉਸਕਾ ਚੇਹਰਾ। ਚੇਹਰਾ। ਜੀ। ਉਹਨੂੰ ਸਾਹਿਬ ਕਿਹਾ ਹੈ ਜੀ ਸੱਚੇ ਪਾਤਸ਼ਾਹ ਨੇ, ਜੀ ਜਿਹੜੀ ਚ ਰਹਿਤ ਹੈਗੀ ਹੈ ਨਾ, ਜੀ, ਉਸ ਜੀ। ਨੂੰ ਸਾਹਿਬ ਕਿਹਾ ਹੈ। ਜੀ। ਉਹ ਸਾਹਿਬ ਮੈਂ ਉਸਕਾ ਚੇਹਰਾ। ਚੇਹਰਾ ਜੀ ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਜਨਮ ਸਹਿਲਾ। ਸਹਿਲਾ ਜੀ ਇਹ ਖੰਡੇ ਬਾਟੇ ਦੀ ਪਹੁਲ ਛਕਣੀ ਹਰ ਜੀ। ਸਿੱਖ ਵਾਸਤੇ ਲਾਜ਼ਮੀ ਹੈ, ਜੀ ਕਿਉਂਕਿ ਸਤਿਗੁਰ ਦਾ ਹੁਕਮ ਹੈ ਜੀ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਜੀ ਨਿਗਰੇ ਕਾ ਹੈ ਨਾਉ ਬੁਰਾ, ਬਿਲਕੁਲ ਨਿਗਰੋ ਕਾ ਹੈ ਨਾ ਨਾਉ ਬੁਰਾ। ਬੁਰਾ ਜੇ ਤੁਸੀਂ ਗੁਰੂ ਵਾਲੇ ਬਣਨਾ ਹੈ ਤੇ ਜੀ। ਖੰਡੇ ਬਾਟੇ ਦੀ ਪਹੁਲ ਛਕਣੀ ਪਏਗੀ। ਜੀ ਖੰਡੇ ਬਾਟੇ ਦੀ ਪਹੁਲ ਛਕੇ ਬਗੈਰ ਤੁਹਾਡੀ ਐਂਟਰੀ ਖਾਲਸਾ ਪੰਥ ਵਿੱਚ ਨਹੀਂ ਨਹੀਂ ਹੋਏਗੀ। ਹੋ ਸਕਦੀ ਜੀ ਔਰ ਅੱਜ ਵੀ ਜੀ ਲੋੜ ਹੈ ਜੀ ਸਾਨੂੰ ਆਪਣੇ ਨਿਆਰੇਪਨ ਨੂੰ ਬਚਾਉਣ ਲਈ, ਜੀ ਸਾਨੂੰ ਖਾਲਸੇ ਰਹੂ ਰੀਤਾਂ ਨੂੰ ਬਚਾਉਣ ਲਈ, ਜੀ ਆਪਣੀ ਜੋ ਸਾਡੀ ਰਹਿਤ ਮਰਿਆਦਾ ਹੈ ਜੀ। ਉੱਤੇ ਪਹਿਰਾ ਦੇਣ ਦੀ, ਜੀ ਸਾਨੂੰ ਖਾਲਸਾ ਜਿੱਤੇ ਬੋਲ ਬਾਲੇ, ਜੀ ਖਾਲਸਾ ਕਿਉਂਕਿ ਇੱਕ ਸੋਵਰਨ ਹੈ, ਜੀ। ਇੱਕ ਆਜ਼ਾਦ ਹੈ, ਜੀ। ਸਾਨੂੰ ਇਹ ਸਾਰੀਆਂ ਚੀਜ਼ਾਂ ਤੇ ਪਹਿਰਾ ਅਸੀਂ ਤਾਂ ਹੀ ਦੇ ਸਕਦੇ ਹਾਂ ਜੀ। ਜੇਕਰ ਅਸੀਂ ਅੱਜ ਖਾਲਸਾ ਸਾਜਨਾ ਦਿਵਸ ਦੇ ਉੱਤੇ ਜੀ। ਜਿਹੜਾ ਵਿਅਕਤੀਆਂ ਨੇ ਖੰਡੇ ਬਾਟੇ ਦੀ ਪਹੁਲ ਨਹੀਂ ਚੱਕੀ, ਜੀ ਉਹ ਗੁਰੂ ਵਾਲੇ ਬਣਨ ਜੀ ਤੇ ਗੁਰੂ ਵਾਲੇ ਬਣ ਕੇ ਉਹ ਖਾਲਸਾਈ ਪਰੰਪਰਾਵਾਂ ਦੇ ਉੱਤੇ ਜੀ ਦ੍ਰਿੜਤਾ ਦੇ ਨਾਲ ਜੀ ਪਹਿਰਾ ਦੇਣ। ਜੀ ਅੱਜ ਸਮੇਂ ਦੀ ਲੋੜ ਹੈ ਇਸ ਜੀ ਚੀਜ਼ ਦੀ। ਬਿਲਕੁਲ ਸੋ ਬਿਲਕੁਲ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਸਨ ਪ੍ਰੋਫੈਸਰ ਬਲਜਿੰਦਰ ਸਿੰਘ ਜੀ, ਜਿਨ੍ਹਾਂ ਨੇ ਅੱਜ ਖਾਲਸਾ ਸਾਜਨਾ ਦਿਵਸ ਦੇ ਉੱਤੇ ਸਮੁੱਚੇ ਵਿਸ਼ਵ ਦੇ ਵਿੱਚ ਵਸਦੀਆਂ ਸੰਗਤਾਂ ਦੇ ਨਾਲ ਖਾਲਸਾ ਸਾਜਨਾ ਦਿਵਸ ਦੇ ਸਬੰਧ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਸਾਂਝੀ ਕੀਤੀ, ਵਿਸਥਾਰਤ ਜਾਣਕਾਰੀ ਜਿਹੜੀ ਆ ਉਹ ਸੰਗਤਾਂ ਦੇ ਨਾਲ ਸਾਂਝੀ ਕੀਤੀ। ਸੋ ਪ੍ਰੈਸ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਬੜੇ ਸੁੰਦਰ ਵਿਚਾਰਾਂ ਦੇ ਨਾਲ ਉਹਨਾਂ ਨੇ ਦਰਸ਼ਕਾਂ ਦੇ ਨਾਲ ਸਾਂਝ ਜਿਹੜੀ ਆ ਉਹ ਪਾਈ ਆ। ਪ੍ਰੋਗਰਾਮ ਦਾ ਸਮਾਂ ਜਿਹੜਾ ਇੱਥੇ ਹੀ ਸਮਾਪਤ ਹੁੰਦਾ ਹੈ। ਪ੍ਰੈਸ ਸਾਹਿਬ ਜੀ ਧੰਨਵਾਦ ਤੁਹਾਡਾ। ਇੱਥੇ ਆਗਿਆ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।